ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ। ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਗੁਰਮੀਤ ਕੌਰ, ਹੈਡ ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ 0 ਪੁਆਇੰਟ, ਬਲਾਕ ਮਹਿਲ ਕਲਾਂ, ਜ਼ਿਲ੍ਹਾ ਬਰਨਾਲਾ ਤੋਂ ਬੋਲ ਰਹੀ ਹਾਂ। ਪਿਆਰੇ ਬੱਚਿਓ, ਤੁਹਾਨੂੰ ਪਤਾ ਹੀ ਹੈ ਕਿ ਪੂਰੇ ਸੰਸਾਰ ਨੂੰ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨੇ ਆਪਣੀ ਪਕੜ ਵਿੱਚ ਲੈ ਲਿਆ ਹੈ। ਸੋ ਤੁਸੀਂ ਇਸ ਗੱਲ ਦਾ ਧਿਆਨ ਰੱਖਦੇ ਹੋਏ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ, ਤੰਦਰੁਸਤ ਰੱਖਣਾ ਹੈ। ਸੋ ਇਸ ਦੇ ਲਈ ਤੁਸੀਂ ਸਫਾਈ ਦਾ ਪੂਰਾ ਧਿਆਨ ਰੱਖਣਾ ਹੈ। ਤੁਸੀਂ ਆਪਣੇ ਹੱਥਾਂ ਨੂੰ ਚੰਗੇ ਤਰੀਕੇ ਨਾਲ ਸਾਬਣ ਨਾਲ ਵਾਰੀ-ਵਾਰੀ ਧੋਣਾ ਹੈ। ਕਿਸੇ ਵੀ ਚੀਜ਼ ਨੂੰ, ਬਾਹਰੀ ਚੀਜ਼ ਨੂੰ ਹੱਥ ਨਾਲ ਨਹੀਂ ਛੂਹਣਾ, ਬਾਹਰ ਨਹੀਂ ਜਾਣਾ, ਬਾਹਰ ਜਾ ਕੇ ਨਹੀਂ ਖੇਲਣਾ, ਘਰ ਵਿੱਚ ਹੀ ਖੇਲਣਾ ਹੈ। ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਨਾ ਹੈ, ਉਹਨਾਂ ਦੀ ਘਰ ਦੇ ਕੰਮਾਂ ਦੇ ਵਿੱਚ ਸਹਾਇਤਾ ਕਰਨੀ ਹੈ ਤੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣਾ ਹੈ। ਸੋ ਮੈਂ ਅੱਜ ਤੁਹਾਨੂੰ ਦੂਜੀ ਜਮਾਤ ਦਾ ਪਾਠ ਨੰਬਰ 3 ਮਨ ਦਾ ਡਰ ਪੜ੍ਹਾਵਾਂਗੀ। ਇਸ ਮਨ ਦਾ ਡਰ ਪਾਠ ਸ਼ੁਰੂ ਕਰਨ ਲੱਗਿਆ। ਪਿਆਰੇ ਬੱਚਿਓ, ਰਾਤ ਦਾ ਸਮਾਂ ਸੀ। ਬਾਲਕ ਮੋਹਨ ਦਾਸ ਕਮਰੇ ਵਿੱਚ ਇਕੱਲਾ ਪੜ੍ਹ ਰਿਹਾ ਸੀ। ਬਾਹਰ ਤੇਜ਼ ਹਵਾ ਚੱਲ ਰਹੀ ਸੀ। ਹਵਾ ਨਾਲ ਕਮਰੇ ਦੀ ਲਾਲਟੇਨ ਬੁਝ ਗਈ। ਮੋਹਨ ਦਾਸ ਨੇ ਇੱਧਰ ਉੱਧਰ ਦੇਖਿਆ। ਉਸ ਨੂੰ ਹਨੇਰੇ ਵਿੱਚ ਕੁਝ ਚਮਕਦਾ ਦਿਖਾਈ ਦਿੱਤਾ। ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਖਿੜਕੀ ਕੋਲ ਕੋਈ ਖੜਾ ਹੈ। ਮੋਹਨ ਦਾਸ ਨੇ ਡਰ ਕੇ ਚੀਕ ਮਾਰੀ, ਭੂਤ ਭੂਤ। ਉਹ ਕਮਰੇ ਵਿੱਚੋਂ ਬਾਹਰ ਵੱਲ ਭੱਜਿਆ। ਮੋਹਨ ਦਾਸ ਨੂੰ ਬਰਾਂਡੇ ਵਿੱਚ ਘਰ ਦੀ ਨੌਕਰਾਣੀ ਰੰਭਾ ਮਿਲ ਪਈ। ਉਸਨੇ ਪੁੱਛਿਆ, ਮੋਹਨ, ਕੀ ਗੱਲ ਹੈ? ਤੂੰ ਭੱਜ ਕਿਉਂ ਰਿਹਾ ਏ? ਰੰਭਾ ਮਾਈ ਭੂਤ, ਉਸਨੇ ਦੱਸਿਆ। ਰੰਭਾ ਹੱਸਣ ਲੱਗ ਪਈ। ਮੋਹਨ, ਚੱਲ ਮੇਰੇ ਨਾਲ ਤੁਰ। ਦੋਵੇਂ ਕਮਰੇ ਵਿੱਚ ਆ ਗਏ। ਰੰਭਾ ਨੇ ਲਾਲਟੇਨ ਜਗਾਈ। ਮੋਹਨ, ਦਿਖਾ ਕਿੱਥੇ ਹੈ ਭੂਤ? ਕਮਰੇ ਵਿੱਚ ਬਿੱਲੀ ਬੈਠੀ ਸੀ। ਚਮਕਦੀ ਹੋਈ ਚੀਜ਼ ਬਿੱਲੀ ਦੀਆਂ ਅੱਖਾਂ ਹੀ ਸਨ। ਰੰਭਾ ਨੇ ਬਿੱਲੀ ਨੂੰ ਉੱਥੋਂ ਭਜਾ ਦਿੱਤਾ। ਉੱਥੇ ਖਿੜਕੀ ਕੋਲ ਕੱਪੜੇ ਟੰਗੇ ਹੋਏ ਸਨ। ਹਨੇਰੇ ਵਿੱਚ ਕੱਪੜੇ ਹਿੱਲ ਰਹੇ ਸਨ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਈ ਆਦਮੀ ਖੜਾ ਹੋਵੇ। ਰੰਭਾ ਨੇ ਕੱਪੜੇ ਪਰਾਂ ਰੱਖ ਦਿੱਤੇ। ਰੰਭਾ ਬੋਲੀ, ਮੋਹਨ, ਲੈ ਭੱਜ ਗਿਆ ਭੂਤ। ਮੋਹਨ ਦਾਸ ਨੂੰ ਪਤਾ ਲੱਗ ਗਿਆ ਕਿ ਕਿਧਰੇ ਕੋਈ ਭੂਤ ਨਹੀਂ ਹੁੰਦਾ। ਭੂਤ ਮਨ ਦਾ ਡਰ ਹੁੰਦਾ ਹੈ। ਬੱਚਿਓ, ਕੀ ਤੁਸੀਂ ਜਾਣਦੇ ਹੋ ਇਹ ਬਾਲਕ ਕੌਣ ਸੀ? ਇਸ ਬਾਲਕ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ। ਇਸ ਬਾਲਕ ਨੂੰ ਹੁਣ ਅਸੀਂ ਮਹਾਤਮਾ ਗਾਂਧੀ ਦੇ ਨਾਂ ਨਾਲ ਜਾਣਦੇ ਹਾਂ। ਪਿਆਰੇ ਬੱਚਿਓ, ਮਹਾਤਮਾ ਗਾਂਧੀ ਜੀ ਦੀ ਤਸਵੀਰ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ। ਇਹ ਤਸਵੀਰ ਆਪਣੇ ਕਰੰਸੀ ਨੋਟ, ਜਿਨ੍ਹਾਂ ਨੂੰ ਆਪਾਂ ਰੁਪਈਏ ਕਹਿੰਦੇ ਹਾਂ, ਉਹਨਾਂ ਦੇ ਉੱਪਰ ਲੱਗੀ ਹੁੰਦੀ ਹੈ। ਮਹਾਤਮਾ ਗਾਂਧੀ ਜੀ ਨੇ ਦੇਸ਼ ਦੀ
ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਯੋਗਦਾਨ ਪਾਇਆ ਤੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਸੋ ਇਹ ਬਾਲਕ ਕੌਣ ਸੀ? ਮਹਾਤਮਾ ਗਾਂਧੀ ਜੀ। ਤਾਂ ਤੁਸੀਂ ਪਿਆਰੇ ਬੱਚਿਓ ਇਸ ਪਾਠ ਦੇ ਵਿੱਚੋਂ ਕੀ ਸਿੱਖਿਆ? ਜਿਹੜਾ ਭੂਤ ਹੁੰਦਾ ਉਹ ਕੀ ਹੁੰਦਾ ਹੈ? ਮਨ ਦਾ ਡਰ ਹੁੰਦਾ ਹੈ। ਭੂਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਛੋਟੇ ਹੁੰਦਿਆਂ ਆਪਣੇ ਮਾਤਾ ਪਿਤਾ ਆਪਾਂ ਨੂੰ ਜਾਂ ਤੁਹਾਨੂੰ ਛੋਟੇ ਹੁੰਦਿਆਂ ਜਦੋਂ ਕਹਿੰਦੇ ਹੈ ਬਾਹਰ ਨਹੀਂ ਜਾਣਾ, ਬਾਹਰ ਭੂਤ ਹੈ, ਉਸ ਦਾ ਮਤਲਬ ਇਹ ਹੁੰਦਾ ਹੈ ਬੱਚਿਓ ਕਿ ਬਾਹਰ ਤੁਹਾਨੂੰ ਛੋਟੇ ਹੁੰਦਿਆਂ ਨੂੰ ਖਤਰਾ ਹੈ, ਕਿਉਂਕਿ ਤੁਹਾਨੂੰ ਆਪਣੇ ਚੰਗੇ ਮਾੜੇ ਦੀ ਪਹਿਚਾਣ ਨਹੀਂ ਹੁੰਦੀ। ਭੂਤ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੁੰਦੀ ਜੋ ਕਿ ਤੁਹਾਨੂੰ ਫੜ ਲਵੇ ਜਾਂ ਤੁਹਾਨੂੰ ਡਰਾਵੇ। ਇਹ ਤੁਹਾਡੇ ਮਨ ਦੇ ਵਿੱਚ ਇੱਕ ਡਰ ਬੈਠ ਜਾਂਦਾ ਹੈ ਭੂਤ ਦਾ। ਭੂਤ ਕੋਈ ਚੀਜ਼ ਨਹੀਂ ਹੁੰਦਾ। ਸੋ ਤੁਸੀਂ ਹੁਣ ਹਨੇਰੇ ਦੇ ਵਿੱਚ ਜਾਣ ਲੱਗਿਆਂ ਕਦੇ ਨਹੀਂ ਡਰਨਾ, ਕਿਉਂਕਿ ਭੂਤ ਨਾਂ ਦੀ ਕੋਈ ਚੀਜ਼ ਹੀ ਨਹੀਂ ਹੁੰਦੀ। ਸੋ ਪਿਆਰੇ ਬੱਚਿਓ, ਆਪਾਂ ਪਾਠ ਪੜ੍ਹਿਆ ਮਨ ਦਾ ਡਰ। ਇਸ ਪਾਠ ਦੇ ਪਾਠ ਅਭਿਆਸ ਹੈਗਾ, ਇਸ ਨੂੰ ਹੁਣ ਆਪਾਂ ਚੰਗੇ ਤਰੀਕੇ ਨਾਲ ਕਰਨਾ ਹੈ ਤਾਂ ਕਿ ਤੁਹਾਨੂੰ ਇਸ ਪਾਠ ਦੇ ਵਿੱਚੋਂ ਆਏ ਪ੍ਰਸ਼ਨਾਂ ਦੇ ਖਾਲੀ ਥਾਵਾਂ ਠੀਕ ਗਲਤ ਚੰਗੀ ਤਰ੍ਹਾਂ ਸਮਝ ਲੱਗ ਜਾਣ। ਸੋ ਪਿਆਰੇ ਬੱਚਿਓ, ਨੰਬਰ 1, ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ। ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ। ਪਿਆਰੇ ਬੱਚਿਓ, ਤੁਹਾਨੂੰ ਪ੍ਰਸ਼ਨ ਦਿੱਤੇ ਹੈ ਤੇ ਉਹਨਾਂ ਦੇ 3 ਉੱਤਰ ਦਿੱਤੇ ਹੈ, ਜਿਨ੍ਹਾਂ ਵਿੱਚੋਂ ਤੁਸੀਂ ਇੱਕ ਸਹੀ ਉੱਤਰ ਨੂੰ ਚੁਣ ਕੇ ਉਸ ਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ। ਪ੍ਰਸ਼ਨ ਨੰਬਰ ਊੜਾ, ਕਿਸ ਦੇ ਬਚਪਨ ਦਾ ਨਾਂ ਮੋਹਨਦਾਸ ਸੀ? ਪਿਆਰੇ ਬੱਚਿਓ, ਕਿਸ ਦੇ ਬਚਪਨ ਦਾ ਨਾਂ ਮੋਹਨਦਾਸ ਸੀ? ਮਹਾਤਮਾ ਬੁੱਧ, ਮਹਾਤਮਾ ਗਾਂਧੀ ਜਾਂ ਲਾਲਾ ਲਾਜਪਤ ਰਾਏ? ਪਿਆਰੇ ਬੱਚਿਓ, ਦੁਬਾਰਾ ਬੋਲਦੀ ਹਾਂ, ਮਹਾਤਮਾ ਬੁੱਧ, ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ। ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਮਹਾਤਮਾ ਗਾਂਧੀ। ਆੜਾ ਨੰਬਰ ਪ੍ਰਸ਼ਨ ਹੈ ਪਿਆਰੇ ਬੱਚਿਓ, ਖਿੜਕੀ ਕੋਲ ਕੀ ਟੰਗਿਆ ਹੋਇਆ ਸੀ? ਖਿੜਕੀ ਕੋਲ ਕੀ ਟੰਗਿਆ ਹੋਇਆ ਸੀ? ਘੰਟੀ, ਬਾਲਟੀ, ਲਾਲਟੇਨ? ਕੀ ਟੰਗਿਆ ਹੋਇਆ ਸੀ ਖਿੜਕੀ ਕੋਲ? ਲਾਲਟੇਨ। ਹਾਂਜੀ, ਨੰਬਰ 2 ਪ੍ਰਸ਼ਨ ਦੇ ਵਿੱਚ ਤੁਸੀਂ ਦਿੱਤੇ ਹੋਏ ਵਾਕਾਂ ਨੂੰ ਪੜ੍ਹ ਕੇ ਉਹਨਾਂ ਦੇ ਸਾਹਮਣੇ ਠੀਕ ਜਾਂ ਗਲਤ ਦਾ ਨਿਸ਼ਾਨ ਲਗਾਉਣਾ ਹੈ। ਹੇਠ ਲਿਖੇ ਵਾਕਾਂ ਦੇ ਸਾਹਮਣੇ ਦਿੱਤੇ ਖਾਨੇ ਵਿੱਚ ਠੀਕ ਜਾਂ ਗਲਤ ਦਾ ਨਿਸ਼ਾਨ ਲਾਓ। ਪਿਆਰੇ ਬੱਚਿਓ, ਤੁਹਾਨੂੰ ਕੁਝ ਵਾਕ ਦਿੱਤੇ ਹਨ, ਤੁਸੀਂ ਉਹਨਾਂ ਨੂੰ ਪੜ੍ਹਨਾ ਹੈ, ਸਮਝਣਾ ਹੈ ਤੇ ਫਿਰ ਠੀਕ ਜਾਂ ਗਲਤ ਦਾ ਨਿਸ਼ਾਨ ਲਾਣਾ ਹੈ। ਹਾਂਜੀ ਪਿਆਰੇ ਬੱਚਿਓ, ਨੰਬਰ ਊੜਾ ਵਾਕ, ਬਾਲਕ ਮੋਹਨਦਾਸ ਕਮਰੇ ਵਿੱਚ ਸੁੱਤਾ ਪਿਆ ਸੀ। ਨੰਬਰ ਊੜਾ ਵਾਕ ਹੈ, ਬਾਲਕ ਮੋਹਨਦਾਸ ਕਮਰੇ ਵਿੱਚ ਸੁੱਤਾ ਪਿਆ ਸੀ। ਇਹ ਵਾਕ ਕੀ ਹੈ ਪਿਆਰੇ ਬੱਚਿਓ? ਗਲਤ ਹੈ। ਬਾਲਕ ਮੋਹਨਦਾਸ ਇਕੱਲਾ ਕਮਰੇ ਵਿੱਚ ਪੜ੍ਹ ਰਿਹਾ ਸੀ। ਸੋ ਇਹ ਵਾਕ ਕੀ ਹੈ? ਗਲਤ ਹੈ। ਆੜਾ ਨੰਬਰ ਵਾਕ ਹੈ, ਹਵਾ ਨਾਲ ਕਮਰੇ ਦੀ ਲਾਲਟੇਨ ਬੁਝ ਗਈ। ਹਵਾ ਨਾਲ ਕਮਰੇ ਦੀ ਲਾਲਟੇਨ ਬੁਝ ਗਈ। ਇਹ ਵਾਕ ਕੀ ਹੈ ਪਿਆਰੇ ਬੱਚਿਓ? ਠੀਕ ਹੈ। ਈੜੀ ਨੰਬਰ ਵਾਕ ਹੈ, ਬਿੱਲੀ ਦੀਆਂ ਅੱਖਾਂ ਚਮਕ ਰਹੀਆਂ ਸਨ। ਬਿੱਲੀ ਦੀਆਂ ਅੱਖਾਂ ਚਮਕ ਰਹੀਆਂ ਸਨ। ਇਹ ਵਾਕ ਵੀ ਪਿਆਰੇ ਬੱਚਿਓ ਬਿਲਕੁਲ ਠੀਕ ਹੈ। ਇਸ ਵਾਕ ਦੇ ਪਿਛਲੇ ਪਾਸੇ ਬਣੇ ਡੱਬੇ ਵਿੱਚ ਵੀ ਤੁਸੀਂ ਠੀਕ ਦਾ ਨਿਸ਼ਾਨ ਲਗਾਉਣਾ ਹੈ। ਸੱਸਾ ਨੰਬਰ ਵਾਕ ਹੈ, ਖਿੜਕੀ ਕੋਲ ਡੋਰ ਟੰਗੀ ਹੋਈ ਸੀ। ਸੱਸਾ ਨੰਬਰ ਵਾਕ ਹੈ, ਖਿੜਕੀ ਕੋਲ ਡੋਰ ਟੰਗੀ ਹੋਈ ਸੀ। ਇਹ ਵਾਕ ਪਿਆਰੇ ਬੱਚਿਓ ਗਲਤ ਹੈ। ਖਿੜਕੀ ਕੋਲ ਕੱਪੜੇ ਟੰਗੇ ਹੋਏ ਸਨ। ਹਾਹਾ ਨੰਬਰ ਵਾਕ ਹੈ, ਕਿਧਰੇ ਕੋਈ ਭੂਤ ਨਹੀਂ ਹੁੰਦਾ। ਕਿਧਰੇ ਕੋਈ ਭੂਤ ਨਹੀਂ ਹੁੰਦਾ। ਇਹ ਵਾਕ ਪਿਆਰੇ ਬੱਚਿਓ
सही है ਤਾਂ ਇਸ ਵਾਕ ਦੇ ਪਿਛਲੇ ਪਾਸੇ ਬਣੀ ਡੱਬੀ ਵਿੱਚ ਤੁਸੀਂ ਠੀਕ ਦਾ ਨਿਸ਼ਾਨ ਲਗਾਉਣਾ ਹੈ। ਅਗਲਾ ਪ੍ਰਸ਼ਨ ਨੰਬਰ 3, ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਇਸ ਵਿੱਚ ਤੁਹਾਨੂੰ 5 ਖਾਲੀ ਥਾਵਾਂ ਦਿੱਤੀਆਂ। ਇਸ ਖਾਲੀ ਥਾਵਾਂ ਦੇ ਪਿਛਲੇ ਪਾਸੇ 2 ਸ਼ਬਦ ਦਿੱਤੇ ਹੈ ਜਿਨ੍ਹਾਂ ਵਿੱਚੋਂ ਚੁਣ ਕੇ ਤੁਸੀਂ ਇੱਕ ਸਹੀ ਸ਼ਬਦ ਖਾਲੀ ਥਾਂ ਦੇ ਵਿੱਚ ਭਰਨਾ ਹੈ। ਊੜਾ ਖਾਲੀ ਥਾਂ ਹੈ, ਖਾਲੀ ਥਾਂ ਹੱਸਣ ਲੱਗ ਪਈ। ਖਾਲੀ ਥਾਂ ਹੱਸਣ ਲੱਗ ਪਈ। ਕੌਣ ਹੱਸਣ ਲੱਗ ਪਈ? ਰੰਬਾ ਭੂਤ। ਕੌਣ ਹੱਸਣ ਲੱਗ ਪਈ ਸੀ? ਰੰਬਾ। ਤਾਂ ਇਸ ਖਾਲੀ ਥਾਂ ਦੇ ਵਿੱਚ ਆਪਾਂ ਕੀ ਭਰਾਂਗੇ? ਰੰਬਾ। ਆੜਾ। ਆੜਾ ਖਾਲੀ ਆੜਾ ਵਾਕ ਹੈ ਬੇਟਾ, ਇਸ ਦੇ ਵਿੱਚ ਤੁਸੀਂ ਖਾਲੀ ਥਾਂ ਭਰਨੀ ਹੈ। ਰੰਬਾ ਨੇ ਖਾਲੀ ਥਾਂ ਜਗਾਈ। ਰੰਬਾ ਨੇ ਖਾਲੀ ਥਾਂ ਜਗਾਈ। ਲਾਲਟੇਨ ਮੋਮਬੱਤੀ। ਰੰਬਾ ਨੇ ਲਾਲਟੇਨ ਜਗਾਈ। ਇਸ ਵਾਕ ਦੇ ਵਿੱਚ ਕੀ ਖਾਲੀ ਥਾਂ ਭਰਨੀ ਹੈ? ਲਾਲਟੇਨ। ਈੜੀ ਨੰਬਰ ਵਾਕ ਹੈ ਪਿਆਰੇ ਬੱਚਿਓ, ਕਮਰੇ ਵਿੱਚ ਖਾਲੀ ਥਾਂ ਬੈਠੀ ਸੀ। ਕਮਰੇ ਵਿੱਚ ਖਾਲੀ ਥਾਂ ਬੈਠੀ ਸੀ। ਬਿੱਲੀ ਭੂਤ। ਕਮਰੇ ਵਿੱਚ ਬਿੱਲੀ ਬੈਠੀ ਸੀ। ਇਸ ਵਾਕ ਵਿੱਚ ਕੀ ਆਏਗਾ ਖਾਲੀ ਥਾਂ ਵਿੱਚ? ਬਿੱਲੀ। ਕਮਰੇ ਵਿੱਚ ਬਿੱਲੀ ਬੈਠੀ ਸੀ। ਸੱਸਾ ਵਾਕ ਹੈ ਪਿਆਰੇ ਬੱਚਿਓ, ਹਨੇਰੇ ਵਿੱਚ ਖਾਲੀ ਥਾਂ ਹਿੱਲ ਰਹੇ ਸਨ। ਹਨੇਰੇ ਵਿੱਚ ਖਾਲੀ ਥਾਂ ਹਿੱਲ ਰਹੇ ਸਨ। ਕੱਪੜੇ ਰੁੱਖ। ਹਨੇਰੇ ਵਿੱਚ ਕੀ ਹਿੱਲ ਰਹੇ ਸਨ? ਕੱਪੜੇ। ਇਸ ਵਾਕ ਦੇ ਵਿੱਚ ਖਾਲੀ ਥਾਂ 'ਚ ਕੀ ਭਰਨਾ ਤੁਸੀਂ? ਕੱਪੜੇ। ਹਾਹਾ ਖਾਲੀ ਥਾਂ। ਖਾਲੀ ਥਾਂ ਮਨ ਦਾ ਡਰ ਹੁੰਦਾ ਹੈ। ਖਾਲੀ ਥਾਂ ਮਨ ਦਾ ਡਰ ਹੁੰਦਾ ਹੈ। ਆਦਮੀ ਭੂਤ। ਭੂਤ ਮਨ ਦਾ ਡਰ ਹੁੰਦਾ ਹੈ। ਇਸ ਵਾਕ ਦੀ ਖਾਲੀ ਥਾਂ ਵਿੱਚ ਆਪਾਂ ਭੂਤ ਭਰਾਂਗੇ। ਚੌਥੇ ਨੰਬਰ ਤੇ ਬੇਟਾ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਪਿਆਰੇ ਬੱਚਿਓ, ਤੁਹਾਨੂੰ ਇਸ ਪਾਠ ਨਾਲ ਸੰਬੰਧਿਤ ਕੁਝ ਪ੍ਰਸ਼ਨ ਪੁੱਛੇ ਗਏ ਹਨ, ਤੁਸੀਂ ਉਹਨਾਂ ਦੇ ਉੱਤਰ ਦੇਣੇ ਹਨ। ਪਿਆਰੇ ਬੱਚਿਓ, ਊੜਾ ਨੰਬਰ ਪ੍ਰਸ਼ਨ ਹੈ, ਤੇਜ਼ ਹਵਾ ਚੱਲਣ ਨਾਲ ਕਮਰੇ ਵਿੱਚ ਕੀ ਹੋਇਆ? ਤੇਜ਼ ਹਵਾ ਚੱਲਣ ਨਾਲ ਕਮਰੇ ਵਿੱਚ ਕੀ ਹੋਇਆ? ਇਸ ਪ੍ਰਸ਼ਨ ਦਾ ਉੱਤਰ ਹੈ, ਤੇਜ਼ ਹਵਾ ਚੱਲਣ ਨਾਲ ਕਮਰੇ ਦੀ ਲਾਲਟੇਨ ਬੁਝ ਗਈ। ਇਸੇ ਤਰ੍ਹਾਂ ਅਗਲਾ ਪ੍ਰਸ਼ਨ ਹੈ ਪਿਆਰੇ ਬੱਚਿਓ, ਮੋਹਨਦਾਸ ਨੂੰ ਬਰਾਂਡੇ ਵਿੱਚ ਕੌਣ ਮਿਲਿਆ? ਮੋਹਨਦਾਸ ਨੂੰ ਬਰਾਂਡੇ ਵਿੱਚ ਕੌਣ ਮਿਲਿਆ? ਇਸ ਦਾ ਉੱਤਰ ਹੈ, ਮੋਹਨਦਾਸ ਨੂੰ ਬਰਾਂਡੇ ਵਿੱਚ ਘਰ ਦੀ ਨੌਕਰਾਣੀ ਰੰਬਾ ਮਿਲ ਪਈ। ਅਗਲਾ ਪ੍ਰਸ਼ਨ ਹੈ ਪਿਆਰੇ ਬੱਚਿਓ, ਮੋਹਨਦਾਸ ਨੇ ਡਰ ਕੇ ਰੌਲਾ ਪਾਉਂਦੇ ਹੋਏ ਕੀ ਕਿਹਾ? ਇਸ ਦਾ ਉੱਤਰ ਹੈ, ਮੋਹਨਦਾਸ ਨੇ ਡਰ ਕੇ ਰੌਲਾ ਪਾਉਂਦੇ ਹੋਏ ਭੂਤ ਭੂਤ ਕਿਹਾ। ਇਸੇ ਤਰ੍ਹਾਂ 5 ਨੰਬਰ ਦੇ ਉੱਤੇ ਤੁਹਾਨੂੰ ਕੁਝ ਸ਼ਬਦ ਦਿੱਤੇ ਹਨ ਤੇ ਉਸ ਦੇ ਸਾਹਮਣੇ ਇੱਕ ਸ਼ਬਦ ਲਿਖਿਆ ਹੈ ਜਿਸ ਨੂੰ ਸਮਝ ਕੇ ਤੁਸੀਂ ਦੂਜੇ ਸ਼ਬਦਾਂ ਨੂੰ ਦੇ ਉੱਤਰ ਦੇਣੇ ਹਨ। ਸਮਝੋ ਅਤੇ ਲਿਖੋ। ਕਮਰਾ, ਕਮਰੇ। ਕਮਰਾ ਇੱਕ, ਕਮਰੇ ਬਹੁਤੇ। ਇਸ ਤੋਂ ਸਮਝਿਆ ਹੈ ਕਿ ਇੱਕ ਵਚਨ ਬਹੁਵਚਨ। ਇਸ ਤਰ੍ਹਾਂ ਹਨੇਰਾ, ਹਨੇਰੇ। ਕੱਪੜਾ, ਕੱਪੜੇ। ਬਰਾਂਡਾ, ਬਰਾਂਡੇ। ਨੌਕਰਾਣੀ, ਨੌਕਰਾਣੀਆਂ। ਖਿੜਕੀ, ਖਿੜਕੀਆਂ। ਬਿੱਲੀ, ਬਿੱਲੀਆਂ। ਇਹ ਕੀ ਸੀ ਪਿਆਰੇ ਬੱਚਿਓ? ਇੱਕ ਵਚਨ ਬਹੁਵਚਨ। ਕਮਰਾ ਇੱਕ, ਕਮਰੇ ਬਹੁਤੇ। ਹਨੇਰਾ, ਹਨੇਰੇ। ਕੱਪੜਾ, ਕੱਪੜੇ। ਬਰਾਂਡਾ, ਬਰਾਂਡੇ। ਨੌਕਰਾਣੀ, ਨੌਕਰਾਣੀਆਂ। ਖਿੜਕੀ, ਖਿੜਕੀਆਂ। ਬਿੱਲੀ, ਬਿੱਲੀਆਂ। ਪ੍ਰਸ਼ਨ ਨੰਬਰ 6 ਹੈ ਪਿਆਰੇ ਬੱਚਿਓ, ਪਾਠ ਵਿੱਚ ਆਏ ਲਾਂ ਮਾਤਰਾ ਵਾਲੇ ਸ਼ਬਦ ਲਿਖੋ। ਪਿਆਰੇ ਬੱਚਿਓ, ਤੁਸੀਂ ਪਾਠ ਪੜ੍ਹਿਆ, ਇਸ ਦੇ ਵਿੱਚ ਲਾਵਾਂ ਸ਼ਬਦਾਂ ਵਾਲੇ ਮਾਤਰਾ ਵਾਲੇ ਜੋ ਸ਼ਬਦ ਆਏ ਹੈ ਉਹਨਾਂ ਨੂੰ ਤੁਸੀਂ ਇੱਥੇ ਲਿਖਣਾ। ਕਿਹੜੇ ਕਿਹੜੇ ਸ਼ਬਦ ਆਏ ਪਿਆਰੇ ਬੱਚਿਓ?
पाठ विच लामा मात्रा वाले किहड़े-किहड़े शब्द आए है? कमरे, तेज, हनेरे, देखिया, किधरे, किथे, मेरे, कपड़े, होवे। इस तरह दे ही कई शब्द होर भी इस पाठ विच लामा मात्रा वाले आए हैं जो तुसी इस पाठ विचों चुनने हैं। ये लामा मात्रा वाले शब्दां नूं इस प्रश्न नंबर 6 दे विच तुसी अपनी कापी दे विच चंगे तरीके नाल लिखना ते याद करना। प्रश्न नंबर 7 प्यारे बच्चों, सुंदर करके लिखो। प्यारे बच्चों, पाठ दे विचों 2 भाग दिते है जिन्हां नूं तुसीं सुंदर लिखाई दे विच अपनी कापी दे विच लिखना है। सुंदर लिखाई करदे समय तुसीं अखरां दी बनतर ते उन्हां नूं दे शब्दां दे विच विचकारले दूरी नूं ध्यान विच रखना हुंदा है। अखरां दी बनावट नूं सही तरीके नाल लिखना है तां कि तुहाडी जिहड़ी लिखाई है वो सुंदर हो सके। हाँ जी प्यारे बच्चों, 2 वाक हन जिन्हां नूं तुसीं सुंदर करके अपनी कापी विच लिखना है। किधरे कोई भूत नहीं हुंदा, भूत मन दा डर हुंदा है। प्यारे बच्चों, आपां पूरा पाठ पढ़िया समझिया। तुसीं हुण पाठ दे विच आए पाठ अभ्यास दे प्रश्न उत्तर, ठीक गलत दे खाली थावां जो प्रश्न उत्तर आए समझो ते लिखो। पाठ विच आए लामा मात्रा वाले शब्दां नूं, सुंदर लिखाई नूं सारिआं नूं अपनी पंजाबी दी पक्की कापी दे विच सुंदर सुंदर लिखाई दे विच लिखना है ते इस नूं याद करना है। प्यारे बच्चों, पाठ पढ़े आपां इस विचों की सिੱਖਿਆ कि भूत नां दी कोई चीज़ नहीं हुंदी। भूत की हुंदा? अपने मन दा डर हुंदा है। सो प्यारे बच्चों, हुण तुसीं हनेरे दे विच बैठ के जाण वेले बिल्कुल नहीं डरना। तुसीं बहादुर बच्चे हो तां तुसीं ये मन दा जो डर है उसनूं दूर करना है ते अपने आप नूं तंदुरुस्त रखना है। चंगे तरीके नाल पढ़ाई करनी है, अपने माता पिता दी आग्या दा पालन करना है। जिन्ना चिर ये छुट्टियां चलदियां हन तुसीं इसदा सदुपयोग करना है। सो प्यारे बच्चों, इस पूरे पाठ नूं तुसीं अपनी किताब दे विचों चंगे तरीके नाल पढ़ना है। जो शब्द तुहानूं औखे लगे उन्हां नूं कापी दे विच लिखना है ताकि तुहानूं वाक लिखण वेले, बोल लिखत वेले कोई भी मुश्किल ना आवे ते तुसीं पंजाबी लिखण दे विच परपक्क हो सको। सो प्यारे बच्चों, अपनी पढ़ाई नूं इसे तरह चालू रखना है, अपने माता पिता दी आग्या दा पालन करना है ते इस कोरोना वर्गी महामारी तो बच के रहना है। आप भी ते अपने बुजुर्गां नूं भी दसना है भी साफ सफाई रखनी है। तुसीं अपने हत्थ साबन दे नाल 20 सेकंड लई चंगे तरीके नाल मसल के धोने हन। खाना खाण तो पहलां भी, खाना खाण तो बाद भी, बाहर जाण लग्गियां किते भी हत्थ जाण लग्गियां भी धोने है ते आउण लग्गियां भी चंगे तरीके नाल साबन नाल हत्थ धोने है। साफ सुथरे रह के पढ़ाई करनी है ते तुसीं अपने अध्यापकां दे दिते हुए होमवर्क नूं अपनी कापी दे विच दर्ज करना है ताकि जदों स्कूल खुल्लण तुसीं उन्हां नूं ओह कीता काम दिखा सको ते अपने पेपरां दे लई तैयार हो सको। सो प्यारे बच्चों, मैं इस पाठ दे जरिए मन दा डर है जो वो तुहाडा दूर करन दे लई कोशिश करी है ताकि तुसीं एक बहादुर बच्चे बनो ते दूजिआं नूं भी सिक्ख्या देवो कि भूत नां दी कोई चीज़ नहीं हुंदी, ये मन दे वहम हन
ਤੁਸੀਂ ਆਪ ਵੀ ਤੇ ਆਪਣੇ ਵੱਡਿਆਂ ਨੂੰ ਵੀ ਇਸ ਗੱਲ ਤੋਂ ਜਾਣਕਾਰੀ ਜਾਂ ਇਹ ਜਾਣੂ ਕਰਵਾਉਣਾ ਹੈ ਤੇ ਉਹਨਾਂ ਨੂੰ ਜਾਣਕਾਰੀ ਦੇਣੀ ਹੈ। ਸੋ ਇੰਨਾ ਕਹਿੰਦੀ ਹੋਈ ਮੈਂ ਤੁਹਾਡੇ ਤੋਂ ਅਲਵਿਦਾ ਲੈਂਦੀ ਹਾਂ। ਤਾਂ ਸੁਰੱਖਿਅਤ ਰਹੋ, ਤੰਦਰੁਸਤ ਰਹੋ, ਆਪਣੇ ਆਪ ਨੂੰ ਵੀ ਬਚਾਵੋ ਤੇ ਆਪਣੇ ਆਲੇ ਦੁਆਲੇ ਜੋ ਰਹਿੰਦੇ ਲੋਕ ਆ ਉਹਨਾਂ ਨੂੰ ਵੀ ਇਸ ਬਿਮਾਰੀ ਤੋਂ ਬਚਾ ਕੇ ਰੱਖੋ। ਇਸੇ ਤਰ੍ਹਾਂ ਦੇ ਹੀ ਹੋਰ ਪਾਠਾਂ ਨੂੰ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਾਂਗੇ। ਰੱਬ ਰਾਖਾ। ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ।